ਓਸ਼ੋ ਦੀ ਪੁਸਤਕ ਇੱਕ ਓਂਕਾਰ ਸਤਨਾਮ ਦਾ ਅਗਲਾ ਹਿੱਸਾ। ਨਾਨਕ ਕਹਿੰਦੇ ਹਨ, ਕਰਮ ਨਾਲ ਦੇਹ ਮਿਲਦੀ ਹੈ, ਸੰਸਾਰ ਮਿਲਦਾ ਹੈ, ਕਿਰਪਾ ਦ੍ਰਿਸ਼ਟੀ ਨਾਲ ਮੋਕਸ਼ ਦਾ ਦੁਆਰ ਪ੍ਰਾਪਤ ਹੁੰਦਾ ਹੈ। ਨਾਨਕ ਕਹਿੰਦੇ ਹਨ, ਇਸ ਤਰ੍ਹਾਂ ਜਾਣੋ ਕਿ ਸੱਤਿ ਹੀ ਪਰਮਾਤਮਾ ਹੀ ਸਭ ਕੁਝ ਹੈ। ਪਰਮਾਤਮਾ ਤਾਂ ਸਥਾਪਿਤ ਕੀਤਾ ਨਹੀਂ ਜਾ ਸਕਦਾ, ਇਸ ਲਈ ਮੰਦਰ ਕਿਵੇਂ ਬਣਾਓਗੇ? ਨਾ ਹੀ ਨਿਰਮਾਣ ਕੀਤਾ ਜਾ ਸਕਦਾ, ਇਸ ਲਈ ਮੂਰਤੀਆਂ ਕਿਵੇਂ ਘੜੋਗੇ? ਉਹ ਨਿਰੰਜਨ ਆਪਣੇ ਆਪ 'ਚ ਹੀ ਸਭ ਕੁਝ ਹੈ, ਤੁਹਾਨੂੰ ਉਸ ਨੂੰ ਬਣਾਉਣ ਦੀ ਜ਼ਰੂਰਤ ਨਹੀਂ। ਤੁਸੀਂ ਨਹੀਂ ਸੀ ਤਦ ਵੀ ਸੀ, ਤੁਸੀਂ ਨਹੀਂ ਹੋਵੋਗੇ ਤਦ ਵੀ ਰਹੇਗਾ। ਆਦਿ ਸੱਚ ਜੁਗਾਦ ਸੱਚ। ਤੁਸੀਂ ਉਹਨੂੰ ਬਣਾਉਣ ਦੀ ਫਿਕਰ ਛੱਡੋ। ਪੂਜਾ, ਮੰਦਰ, ਮੂਰਤੀ, ਇਹਨਾਂ ਨਾਲ ਕੁਝ ਹੋਣਾ ਹਵਾਣਾ ਨਹੀਂ। ਫਿਰ ਕਿਹਦੇ ਨਾਲ ਹੋਏਗਾ? ਜਿਨ੍ਹਾਂ ਨੇ ਉਹਦੀ ਸੇਵਾ ਕੀਤੀ, ਆਰਾਧਨਾ ਕੀਤੀ, ਉਹ ਮਹਿਮਾ ਨੂੰ ਪ੍ਰਾਪਤ ਹੋਏ। ਜੇਕਰ ਉਹੀ ਸਭ ਕੁਝ ਹੈ ਤਾਂ ਸੇਵਾ ਹੀ ਪ੍ਰਾਰਥਨਾ ਹੈ। ਜੇਕਰ ਉਹੀ ਸਭ ਕੁਝ ਹੈ ਤਾਂ ਸੇਵਾ ਹੀ ਆਰਾਧਨਾ ਹੈ। ਜੇਕਰ ਉਹੀ ਸਭ ਕੁਝ ਹੈ, ਉਸੇ ਦਾ ਪਸਾਰਾ ਹੈ, ਤਾਂ ਤੁਸੀਂ ਜਿੰਨਾ ਸੇਵਾ 'ਚ ਲੀਨ ਹੋ ਜਾਓ, ਤੁਸੀਂ ਓਨੇ ਹੀ ਉਹਦੇ ਨੇੜੇ ਪੁੱਜ ਗਏ। ਰੁੱਖ ਪਿਆਸਾ ਹੈ, ਪਾਣੀ ਦਿਓ। ਗਾਂ ਭੁੱਖੀ ਹੈ, ਘਾਹ ਰੱਖ ਦਿਓ। ਤੁਸੀਂ ਉਸੇ ਦੇ ਮੂਹਰੇ ਘਾਹ ਰੱਖ ਰਹੇ ਹੋ, ਤੁਸੀਂ ਉਸੇ ਦੀਆਂ ਜੜ੍ਹਾਂ 'ਚ ਪਾਣੀ ਪਾ ਰਹੇ ਹੋ। ਬੜੀ ਸੰਵੇਦਨਸ਼ੀਲਤਾ ਚਾਹੀਦੀ ਹੈ ਪ੍ਰਾਰਥਨਾ ਕਰਨ ਲਈ। ਛੋਟੇ ਮੋਟੇ ਮੰਦਰ ਨਾਲ ਨਹੀਂ ਹੋਏਗਾ, ਉਹ ਤਾਂ ਵਿਉਂਤਾਂ ਹਨ ਪ੍ਰਾਰਥਨਾ ਤੋਂ ਬਚਣ ਦੀਆਂ। ਇਹ ਮੰਦਰ ਵੱਡਾ ਹੈ, ਵਿਰਾਟ ਸੇਵਾ ਦੀ ਭਾਵ ਦਸ਼ਾ ਚਾਹੀਦੀ ਹੈ, ਕਿਉਂਕਿ ਉਹੀ ਹੈ। ਜੀਸਸ ਨੇ ਕਿਹਾ, ਜਦ ਜੀਸਸ ਨੂੰ ਸੂਲੀ ਚੜਾਉਣ ਦਾ ਵੇਲਾ ਆਇਆ ਤਾਂ ਉਹਨਾਂ ਦੇ ਸੰਗੀ ਸਾਥੀਆਂ ਨੇ ਪੁੱਛਿਆ, ਹੁਣ ਅਸੀਂ ਕੀ ਕਰਾਂਗੇ? ਜੀਸਸ ਨੇ ਕਿਹਾ, ਤੁਸੀਂ ਫਿਕਰ ਨਾ ਕਰੋ। ਜੇਕਰ ਤੁਸੀਂ ਪਿਆਸੇ ਨੂੰ ਪਾਣੀ ਪਿਲਾਓਗੇ ਤਾਂ ਮੇਰੇ ਕੰਠ 'ਚ ਪਾਣੀ ਪਹੁੰਚੇਗਾ। ਜੇਕਰ ਦੀਨ ਦੁਖੀ ਦੀ ਸੇਵਾ ਕਰੋਗੇ ਤਾਂ ਮੈਨੂੰ ਉੱਥੇ ਲੁਕਿਆ ਪਾਓਗੇ। ਹੋਰ ਜੀਸਸ ਨੇ ਕਿਹਾ ਕਿ ਜੇਕਰ ਤੁਸੀਂ ਗੁੱਸੇ ਹੋ ਤੇ ਹੋਰ ਕਿਸੇ ਨੂੰ ਤੁਸੀਂ ਬੁਰੇ ਸ਼ਬਦ ਕਹੇ ਹਨ ਤੇ ਕਿਸੇ ਉੱਤੇ ਕ੍ਰੋਧ ਕੀਤਾ ਹੈ ਤਾਂ ਮੰਦਰ ਆਉਣ ਵਿੱਚ ਅਜੇ ਕੋਈ ਸਾਰ ਨਹੀਂ ਹੈ। ਜੇਕਰ ਤੁਸੀਂ ਮੰਦਰ 'ਚ ਆ ਵੀ ਗਏ ਹੋ, ਤੁਸੀਂ ਗੋਡੇ ਵੀ ਟੇਕ ਦਿੱਤੇ, ਤੁਹਾਨੂੰ ਯਾਦ ਆਉਂਦਾ ਹੈ ਕਿ ਤੁਸੀਂ ਕਿਸੇ ਦੇ ਨਾਲ ਨਾਰਾਜ਼ ਹੋ, ਤਾਂ ਉੱਠੋ, ਪਹਿਲਾਂ ਉਸ ਤੋਂ ਮਾਫ਼ੀ ਮੰਗ ਆਓ, ਕਿਉਂਕਿ ਜਦ ਤੱਕ ਉਸਨੇ ਮਾਫ਼ੀ ਨਹੀਂ ਦਿੱਤੀ ਤਦ ਤੱਕ ਪ੍ਰਾਰਥਨਾ ਕਿਵੇਂ ਹੋਏਗੀ? ਚਾਰੇ ਪਾਸੇ ਉਸੇ ਦਾ ਪਸਾਰਾ ਹੈ। ਇਸ ਲਈ ਨਾਨਕ ਕਹਿੰਦੇ ਹਨ, ਜਿਨ੍ਹਾਂ ਨੇ ਉਸ ਦੀ ਸੇਵਾ ਕੀਤੀ, ਆਰਾਧਨਾ ਕੀਤੀ, ਉਹੀ ਮਹਿਮਾ ਨੂੰ ਪ੍ਰਾਪਤ ਹੋਏ। ਕਿਹੋ ਜਿਹੀ ਆਰਾਧਨਾ? ਸੇਵਾ ਸ਼ਬਦ ਮਹੱਤਵਪੂਰਨ ਹੈ। ਇਹ ਜਿੰਨਾ ਡੂੰਘਾ ਤੁਹਾਡੇ ਅੰਦਰ ਉਤਰ ਜਾਵੇ ਓਨਾ ਚੰਗਾ। ਪਰ ਇੱਕ ਗੱਲ ਧਿਆਨ ਰੱਖਣੀ ਜ਼ਰੂਰੀ ਹੈ, ਉਹ ਫਰਕ ਦੀ ਗੱਲ ਹੈ। ਤੁਸੀਂ ਜਿਸ ਦੀ ਸੇਵਾ ਕਰ ਰਹੇ ਹੋ ਉਹ ਪਰਮਾਤਮਾ ਹੈ। ਇਹ ਧਾਰਨਾ ਮਹੱਤਵਪੂਰਨ ਹੈ। ਤੁਸੀਂ ਇਸ ਤਰ੍ਹਾਂ ਵੀ ਸੇਵਾ ਕਰ ਸਕਦੇ ਹੋ ਕਿ ਦੀਨ ਹੈ, ਗਰੀਬ ਹੈ, ਵਿਚਾਰੇ ਦੀ ਸੇਵਾ ਕਰਦੇ ਹੋ। ਜਦ ਤੁਸੀਂ ਕਿਸੇ ਵਿਚਾਰੇ ਦੀ ਸੇਵਾ ਕਰਦੇ ਹੋ ਤਾਂ ਤੁਸੀਂ ਉੱਪਰ ਹੋ, ਵਿਚਾਰਾ ਨੀਵੀਂ। ਤੁਸੀਂ ਕਿਰਪਾ ਕਰ ਰਹੇ ਹੋ, ਸੇਵਾ ਨਹੀਂ। ਫਿਰ ਇਹ ਸਧਾਰਨ ਸਮਾਜਿਕ ਸੇਵਾ ਹੈ, ਇਹ ਸੇਵਾ ਆਰਾਧਨਾ ਨਹੀਂ ਹੈ। ਤੁਸੀਂ ਇੱਕ ਸੋਸ਼ਲ ਵਰਕਰ ਹੋ, ਲਾਇਨਸ ਕਲੱਬ ਦੇ ਮੈਂਬਰ ਹੋ ਕਿ ਰੋਟੇਰੀਅਨ ਹੋ। ਵੀ ਸਰਵ ਸੇਵਾ ਸਾਡਾ ਫਰਜ਼ ਹੈ, ਪਰ ਤੁਸੀਂ ਬਹੁਤ ਆਕੜ 'ਚ ਹੋ। ਤੁਸੀਂ ਇੱਕ ਛੋਟਾ ਹਸਪਤਾਲ ਬਣਾ ਦਿੰਦੇ ਹੋ ਤਾਂ ਤੁਸੀਂ ਵੱਡਾ ਪ੍ਰੋਪੇਗੰਡਾ ਕਰਵਾਉਂਦੇ ਹੋ। ਸਮਾਜਿਕ ਸੇਵਾ ਆਰਾਧਨਾ ਨਹੀਂ ਹੈ। ਸਮਾਜਿਕ ਸੇਵਾ ਵਿੱਚ ਤਾਂ ਤੁਸੀਂ ਟੁਕੜੇ ਸੁੱਟ ਰਹੇ ਹੋ ਭੁੱਖਿਆਂ ਦੇ ਲਈ, ਬਹੁਤ ਦਇਆ ਕਰ ਰਹੇ ਹੋ, ਅਹਿਸਾਨ ਕਰ ਰਹੇ ਹੋ। ਤੁਸੀਂ ਉੱਪਰ ਹੋ, ਜਿਸ ਦੀ ਤੁਸੀਂ ਸੇਵਾ ਕੀਤੀ ਉਹ ਨੀਵਾਂ ਹੈ ਤੇ ਉਹਨੂੰ ਤੁਹਾਡਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ, ਤਦ ਇਹ ਆਰਾਧਨਾ ਨਹੀਂ ਰਹੀ। ਸੇਵਾ ਤਦ ਆਰਾਧਨਾ ਬਣਦੀ ਹੈ ਜਦ ਤੁਸੀਂ ਜਿਹਦੀ ਸੇਵਾ ਕਰ ਰਹੇ ਹੋ ਪਰਮਾਤਮਾ ਹੈ, ਉਹ ਸਾਹਿਬ ਹੈ। ਤੁਸੀਂ ਦਾਸ ਹੋ, ਸ਼ੁਕਰਗੁਜ਼ਾਰ ਉਹ ਨਹੀਂ ਹੈ, ਤੁਸੀਂ ਹੋ ਕਿ ਉਹਨੇ ਮੌਕਾ ਦਿੱਤਾ। ਤੁਸੀਂ ਇੱਕ ਗਰੀਬ ਨੂੰ ਜੋ ਰੋਟੀ ਦਿੱਤੀ ਹੈ ਤਾਂ ਧੰਨਵਾਦ ਵੀ ਦਿਓ। ਪੁਰਾਣਾ ਹਿੰਦੂਆਂ ਦਾ ਨਿਯਮ ਹੈ ਕਿ ਜਦ ਕਿਸੇ ਬ੍ਰਾਹਮਣ ਨੂੰ ਭਿੱਖਿਆ ਦਿਓ ਫਿਰ ਦਛਣਾ ਵੀ ਦਿਓ। ਇਹ ਦਛਣਾ ਕੀ ਹੈ? ਉਸਨੇ ਭਿਕਸ਼ਾ ਸਵੀਕਾਰ ਕੀਤੀ, ਉਹਦਾ ਧੰਨਵਾਦ ਹੈ। ਉਹ ਸਵੀਕਾਰ ਨਾ ਕਰਦਾ ਤਾਂ ਤੁਸੀਂ ਕੀ ਕਰਦੇ? ਤਾਂ ਪਹਿਲਾਂ ਭਿੱਖਿਆ ਦਿਓ, ਫਿਰ ਦਛਣਾ ਦਿਓ। ਦਛਣਾ ਦਾ ਅਰਥ ਹੈ ਕਿ ਤੁਹਾਡੀ ਬਹੁਤ ਕਿਰਪਾ ਕਿ ਤੁਸੀਂ ਸਵੀਕਾਰ ਕੀਤੀ ਮੇਰੀ ਸੇਵਾ।
ਜਿਸ ਦਿਨ ਤੁਸੀਂ ਉਹਦਾ ਸ਼ੁਕਰਾਨਾ ਮਹਿਸੂਸ ਕਰੋਗੇ, ਜਿਸ ਦੀ ਤੁਸੀਂ ਸੇਵਾ ਕੀਤੀ ਹੈ, ਤਦ ਆਰਾਧਨਾ ਬਣ ਗਈ। ਤਦ ਸੇਵਾ ਸਮਾਜਿਕ ਗੱਲ ਨਾ ਰਹੀ, ਇੱਕ ਧਾਰਮਿਕ ਕ੍ਰਿਤਯ ਹੋ ਗਿਆ। ਇਸ ਫਰਕ ਨੂੰ ਚੰਗੀ ਤਰ੍ਹਾਂ ਸਮਝ ਲੈਣਾ। ਜੇਕਰ ਤੁਸੀਂ ਸੇਵਾ ਨਾਲ ਆਕੜ ਗਏ ਤੇ ਸੇਵਕ ਹੋ ਗਏ, ਤਾਂ ਇਹ ਨਾਨਕ ਦੀ ਆਰਾਧਨਾ ਨਹੀਂ ਹੋਈ। ਸੇਵਾ ਤੁਹਾਨੂੰ ਨਿਮਰਤਾਵਾਨ ਬਣਾਏਗੀ। ਸੇਵਾ ਦੀਨ ਨੂੰ ਪਰਮਾਤਮਾ ਬਣਾਏਗੀ, ਤੁਹਾਨੂੰ ਦਾਸ ਬਣਾਏਗੀ। ਜਿਹੜਾ ਬਿਲਕੁਲ ਪਿੱਛੇ ਖਲੋਤਾ ਉਹ ਪਹਿਲਾਂ ਹੋ ਜਾਏਗਾ ਤੇ ਤੁਸੀਂ ਪਿੱਛੇ ਖਲੋ ਜਾਓਗੇ। ਤੇ ਸੇਵਾ ਦਾ ਅਰਥ ਹੈ ਜਿਹੜਾ ਵੀ ਤੁਹਾਨੂੰ ਸੇਵਾ ਦਾ ਮੌਕਾ ਦੇਵੇ, ਤੁਸੀਂ ਉਹਦੇ ਧੰਨਵਾਦੀ ਹੋਏ। ਉਹ ਨਿਰੰਜਨ ਆਪ ਹੀ ਸਭ ਕੁਝ ਹੈ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਜਿਨ ਸੇਵਿਆ ਤਿਨ ਪਾਇਆ ਮਾਨ। ਤੇ ਜਿਨ੍ਹਾਂ ਨੇ ਕੀਤੀ ਸੇਵਾ, ਉਹਨਾਂ ਨੂੰ ਬਹੁਤ ਮਾਣ ਮਿਲਿਆ, ਬਹੁਤ ਮਹਿਮਾ ਮਿਲੀ। ਇਹ ਮਾਣ ਤੁਹਾਡਾ ਹੰਕਾਰ ਨਹੀਂ ਹੈ, ਕਿਉਂਕਿ ਮਾਣ ਤਾਂ ਤਦ ਮਿਲੇਗਾ ਜਦੋਂ ਤੁਹਾਡਾ ਹੰਕਾਰ ਮਰ ਜਾਏਗਾ। ਤਦ ਉਹ ਬਹੁਤ ਪ੍ਰਕਾਸ਼ ਵਾਲੇ ਹੋਏ। ਤਦ ਉਹਨਾਂ 'ਚ ਬੁੱਧਤਵ ਗਿਆਨ ਪ੍ਰਗਟ ਹੋਇਆ। ਤਦ ਉਹਨਾਂ ਦੇ ਘਰ ਦਾ ਹਨੇਰਾ ਮਿਟ ਗਿਆ ਤੇ ਦੀਵਾ ਜਗਿਆ। ਜਿਨ ਸੇਵਿਆ ਤਿਨ ਪਾਇਆ ਮਾਣ। ਨਾਨਕ ਕਹਿੰਦੇ ਹਨ ਕਿ ਉਸ ਗੁਣ ਨਿਧਾਨ ਦਾ ਭਜਨ ਕਰੋ, ਉਸ ਦਾ ਹੀ ਭਜਨ ਕਰੋ, ਸਰਵਣ ਕਰੋ, ਉਸ ਦਾ ਹੀ ਭਾਵ ਮਨ 'ਚ ਰੱਖੋ। ਇਸ ਤਰ੍ਹਾਂ ਦੁੱਖ ਨੂੰ ਛੱਡ ਕੇ ਸੁੱਖ ਨੂੰ ਘਰ ਲੈ ਜਾਓ। ਉਸ ਗੁਣ ਨਿਧਾਨ ਦਾ ਭਜਨ, ਉਸ ਦਾ ਹੀ ਸਰਵਣ, ਉਹਦਾ ਹੀ ਪਾਓ। ਤੁਸੀਂ ਜੋ ਵੀ ਕਰੋ, ਉਸ ਨੂੰ ਤੁਸੀਂ ਪਰਮਾਤਮਾ ਨੂੰ ਅਰਪਣ ਕਰ ਦਿਓ, ਤਦ ਹੀ ਇਹ ਹੋ ਪਾਏਗਾ। ਦੁਕਾਨ ਉੱਤੇ ਬੈਠੋ ਤੇ ਗਾਹਕ ਆਵੇ ਤਾਂ ਤੁਸੀਂ ਗਾਹਕ ਨੂੰ ਨਾ ਵੇਖੋ, ਉਸ ਨੂੰ ਹੀ ਵੇਖੋ ਤੇ ਗਾਹਕ ਦੇ ਨਾਲ ਉਹੋ ਜਿਹਾ ਹੀ ਵਿਹਾਰ ਕਰੋ ਜਿਵੇਂ ਪਰਮਾਤਮਾ ਆਇਆ ਹੁੰਦਾ ਹੈ, ਤੇ ਉਹਦੇ ਨਾਲ ਵਿਹਾਰ ਕਰਦੇ ਹੋ। ਕਿਉਂਕਿ 24 ਘੰਟੇ ਜੇਕਰ ਉਹਦੇ ਭਾਵ ਵਿੱਚ ਡੁੱਬਣਾ ਹੈ ਤਾਂ ਇਸ ਤੋਂ ਸਿਵਾਏ ਕੋਈ ਉਪਾਅ ਨਹੀਂ ਹੈ। ਭੋਜਨ ਕਰੋ ਤਾਂ ਉਹੀ ਭੋਜਨ ਦੇ ਰਾਹੀਂ ਤੁਹਾਡੇ ਵਿੱਚ ਪ੍ਰਵੇਸ਼ ਕਰ ਰਿਹਾ ਹੈ। ਇਸ ਲਈ ਹਿੰਦੂਆਂ ਨੇ ਕਿਹਾ ਅੰਨਮ ਬ੍ਰਹਮ, ਅੰਨ ਬ੍ਰਹਮ ਹੈ। ਤੁਸੀਂ ਐਵੇਂ ਹੀ ਭੋਜਨ ਨਾ ਕਰੋ, ਕਿਉਂਕਿ ਉਹੀ ਖਿੜਿਆ ਹੈ, ਉਹੀ ਅਨਾਜ ਬਣਿਆ ਹੈ। ਤੁਸੀਂ ਬੜੇ ਸ਼ੁਕਰਾਨੇ ਦੇ ਭਾਵ ਨਾਲ ਉਸ ਨੂੰ ਗ੍ਰਹਿਣ ਕਰੋ ਤੇ ਭੋਜਨ ਨੂੰ, ਅੰਨ ਨੂੰ ਜਦ ਤੁਸੀਂ ਬ੍ਰਹਮ ਮੰਨ ਲਓਗੇ, ਪਾਣੀ ਪੀਓਗੇ ਤੇ ਉਹੀ ਪਾਣੀ ਵਿੱਚ ਆਇਆ ਹੈ ਤੁਹਾਡੀ ਪਿਆਸ ਨੂੰ ਸ਼ਾਂਤ ਕਰਨ ਲਈ, ਤਦ ਹੀ ਤਾਂ 24 ਘੰਟੇ ਉਹਦਾ ਭਜਨ ਹੋਏਗਾ, ਨਹੀਂ ਤਾਂ ਕਿਵੇਂ ਹੋਏਗਾ। ਤੁਸੀਂ ਜਾ ਕੇ ਗੁਰਦੁਆਰੇ 'ਚ, ਮੰਦਰ 'ਚ ਘੜੀ ਪਲ ਭਜਨ ਕਰ ਆਓਗੇ, ਪਰ ਜਦ ਵੀ ਤੁਸੀਂ ਭਜਨ ਕਰ ਰਹੇ ਹੋ ਤਾਂ ਮਨ ਭੱਜਦਾ ਫਿਰਦਾ ਹੈ। ਤਦ ਤੁਸੀਂ ਵਿੱਚ ਘੜੀ ਵੇਖ ਲੈਂਦੇ ਹੋ ਕਿ ਸਮਾਂ ਬਹੁਤ ਹੁੰਦਾ ਜਾ ਰਿਹਾ ਹੈ, ਦੁਕਾਨ ਖੋਲ੍ਹਣ ਦਾ ਵੇਲਾ ਹੁੰਦਾ ਜਾ ਰਿਹਾ ਹੈ। ਤੁਸੀਂ ਕਿਵੇਂ ਉਸ ਦਾ ਭਜਨ ਕਰੋਗੇ? ਖੰਡ ਭਜਨ ਨਹੀਂ ਕੀਤਾ ਜਾ ਸਕਦਾ ਕਿ ਸਵੇਰੇ ਕਰ ਲਿਆ, ਸ਼ਾਮ ਨੂੰ ਕਰ ਲਿਆ, 24 ਘੰਟੇ ਸਧਾਰਨ ਹੋ ਗਏ। ਧਾਰਮਿਕ ਹੋਣਾ 24 ਘੰਟਿਆਂ ਦਾ ਕਰਮ ਹੈ, ਭਾਵ ਹੈ। ਇਹਨੂੰ ਤੁਸੀਂ ਕਦੇ ਕਦੇ ਨਹੀਂ ਕਰ ਸਕਦੇ। ਨਾ ਕੋਈ ਧਾਰਮਿਕ ਦਿਨ ਹੈ, ਨਾ ਕੋਈ ਧਾਰਮਿਕ ਘੜੀ ਹੈ। ਸਾਰਾ ਜੀਵਨ ਉਸੇ ਦਾ ਹੈ, ਸਾਰੀਆਂ ਘੜੀਆਂ ਉਸੇ ਦੀਆਂ ਹਨ। ਤਾਂ ਤੁਸੀਂ ਇਸ ਢੰਗ ਨਾਲ ਜੀਓ। ਧਰਮ ਜਿਉਣ ਦੀ ਇੱਕ ਵੱਖਰੀ ਸ਼ੈਲੀ ਹੈ। ਤੁਸੀਂ ਇਸ ਢੰਗ ਨਾਲ ਜੀਓ ਕਿ ਤੁਸੀਂ ਜੋ ਵੀ ਕਰੋ ਉਹ ਕਿਸੇ ਨਾ ਕਿਸੇ ਰੂਪ ਵਿੱਚ ਪਰਮਾਤਮਾ ਨਾਲ ਇੱਕ ਮਿਕ ਹੋ ਜਾਏ। ਨਾਨਕ ਕਹਿੰਦੇ ਹਨ ਉਸ ਗੁਣ ਨਿਧਾਨ ਦਾ ਭਜਨ ਕਰੋ, ਉਸ ਦਾ ਹੀ ਸਰਵਣ, ਉਹਦਾ ਹੀ ਭਾਵ। ਤੁਸੀਂ ਮੈਨੂੰ ਇੱਥੇ ਸੁਣ ਰਹੇ ਹੋ, ਤੁਸੀਂ ਐਵੇਂ ਸੁਣ ਸਕਦੇ ਹੋ ਜਿਵੇਂ ਬੋਲਣ ਵਾਲਾ ਕੋਈ ਬੋਲ ਰਿਹਾ ਹੈ। ਤੁਸੀਂ ਐਵੇਂ ਹੀ ਸੁਣ ਸਕਦੇ ਹੋ ਕਿ ਪਰਮਾਤਮਾ ਦੀ ਆਵਾਜ਼ ਆ ਰਹੀ ਹੈ। ਤੇ ਉਸੇ ਪਲ ਤੁਹਾਡੇ ਜੀਵਨ 'ਚ ਫਰਕ ਪੈਣਾ ਸ਼ੁਰੂ ਹੋ ਜਾਏਗਾ। ਉਸ ਦਾ ਹੀ ਭਾਵ ਮਨ 'ਚ ਰੱਖੋ। ਇਸ ਤਰ੍ਹਾਂ ਦੁੱਖ ਤੋਂ ਛੁੱਟ ਕੇ ਸੁੱਖ ਨੂੰ ਘਰ ਲੈ ਆਓਗੇ ਤੇ ਤਦ 24 ਘੰਟਿਆਂ ਵਿੱਚੋਂ ਮਿਹਨਤ ਕਰਕੇ ਜਦ ਤੁਸੀਂ ਘਰ ਪੁੱਜੋਗੇ ਤਾਂ ਦੁੱਖ ਦੀ ਥਾਂ ਸੁੱਖ ਲੈ ਆਓਗੇ। ਅਜੇ ਤੁਸੀਂ ਦੁੱਖ ਲਿਆਉਂਦੇ ਹੋ। ਹੁਣੇ ਗਾਹਕ ਤੁਹਾਨੂੰ ਲੁੱਟ ਕੇ ਲੈ ਗਿਆ, ਕਿਸੇ ਨੇ ਤੁਹਾਡੀ ਜੇਬ ਕੱਟ ਲਈ। ਹੁਣੇ ਤੁਸੀਂ ਜੋ ਵੀ ਖਾਧਾ ਚੰਗਾ ਨਹੀਂ ਸੀ, ਸ਼ਿਕਾਇਤ ਰਹੀ। ਤੁਸੀਂ ਜੋ ਵੀ ਪਹਿਨਿਆ ਸੋਹਣਾ ਨਹੀਂ ਸੀ, ਮਜਬੂਰੀ ਸੀ। ਅਜੇ ਤੁਸੀਂ ਦੁੱਖ ਇਕੱਠਾ ਕਰਦੇ ਹੋ। ਜੇਕਰ ਤੁਹਾਨੂੰ ਪਰਮਾਤਮਾ ਸਾਰੇ ਪਾਸੇ ਵਿਖਾਈ ਦੇਣ ਲੱਗ ਪਵੇ, ਤੁਸੀਂ ਜੋ ਵੀ ਕਰੋ ਸਾਰੇ 'ਚ ਉਹਦੀ ਝਲਕ ਮਿਲਣ ਲੱਗੇ, ਤਾਂ ਨਾਨਕ ਕਹਿੰਦੇ ਹਨ ਤੁਸੀਂ ਸੁੱਖ ਘਰ ਲੈ ਜਾਓਗੇ। ਤੇ ਨਾ ਕੇਵਲ ਇਸ ਸਧਾਰਨ ਘਰ 'ਚ ਸੁੱਖ ਲੈ ਜਾਓਗੇ, ਮਰਨ ਵੇਲੇ ਜਦ ਅਸਲੀ ਘਰ ਜਾਣ ਲੱਗੋਗੇ ਤਾਂ ਤੁਸੀਂ
ਸੁੱਖ ਹੀ ਸੁੱਖ ਲੈ ਜਾਓਗੇ। ਤੁਸੀਂ ਪੂਰਨ ਹੋ ਕੇ ਜਾਓਗੇ, ਤੁਸੀਂ ਭਰੇ ਪੂਰੇ ਜਾਓਗੇ। ਤਾਂ ਤੁਸੀਂ ਰੋਂਦੇ ਰੋਂਦੇ ਨਹੀਂ, ਨੱਚਦੇ ਨੱਚਦੇ ਜਾਓਗੇ। ਹੋਰ ਜੇਕਰ ਮੌਤ ਨਾਚ ਨਾ ਬਣ ਜਾਏ ਤਾਂ ਸਮਝ ਲੈਣਾ ਕਿ ਜੀਵਨ ਵਿਅਰਥ ਗਿਆ। ਜੇ ਮੌਤ ਇੱਕ ਆਨੰਦ ਉਤਸਵ ਨਾ ਬਣ ਜਾਏ ਤਾਂ ਸਮਝ ਲੈਣਾ ਜੀਵਨ ਵਿਅਰਥ ਗਿਆ। ਕਿਉਂਕਿ ਤੁਸੀਂ ਘਰ ਮੁੜ ਰਹੇ ਹੋ, ਤੇ ਘਰ ਜਾਂਦੇ ਵੇਲੇ ਵੀ ਜੇਕਰ ਹਿਰਦਾ ਤੁਹਾਡਾ ਆਨੰਦ ਨਾਲ ਭਰਿਆ ਹੋਇਆ ਨਹੀਂ ਤਾਂ ਜੀਵਨ 'ਚ ਤੁਸੀਂ ਸਿਰਫ ਦੁੱਖ ਹੀ ਦੁੱਖ ਇਕੱਠੇ ਕੀਤੇ। ਨਾਨਕ ਗਾਵੀਐ ਗੁਣੀ ਨਿਧਾਨ, ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਦੁੱਖ ਤੋਂ ਛੁੱਟ ਕੇ ਤੁਸੀਂ ਸੁੱਖ ਘਰ ਲੈ ਜਾਓਗੇ। ਜੇਕਰ ਤੁਸੀਂ ਦੁਖੀ ਹੋ ਤਾਂ ਸਿਰਫ ਇਸ ਲਈ ਕਿ ਤੁਸੀਂ ਪਰਮਾਤਮਾ ਨੂੰ ਛੱਡ ਕੇ ਜ਼ਿੰਦਗੀ ਚਲਾ ਰਹੇ ਹੋ, ਉਹਨੂੰ ਤੁਸੀਂ ਪਿੱਛੇ ਕਰ ਰੱਖਿਆ ਹੈ। ਤੁਸੀਂ ਆਪਣੇ ਆਪ ਨੂੰ ਬਹੁਤੇ ਹੁਸ਼ਿਆਰ ਸਮਝ ਰਹੇ ਹੋ। ਤੁਸੀਂ ਜ਼ਰੂਰਤ ਤੋਂ ਜ਼ਿਆਦਾ ਆਪਣੇ ਉੱਤੇ ਭਰੋਸਾ ਕਰ ਰਹੇ ਹੋ, ਇਸ ਲਈ ਦੁਖੀ ਹੋ। ਦੁੱਖ ਦਾ ਹੋਰ ਕੋਈ ਕਾਰਨ ਨਹੀਂ ਹੈ ਤੇ ਸੁੱਖ ਦਾ ਵੀ ਹੋਰ ਕੋਈ ਕਾਰਨ ਨਹੀਂ ਹੈ। ਜਿਸ ਦਿਨ ਤੁਸੀਂ ਆਪਣੀ ਅਕਲਮੰਦੀ, ਆਪਣੀ ਹੁਸ਼ਿਆਰੀ ਛੱਡ ਦਿਓਗੇ ਤੇ ਉਹਨੂੰ ਵੇਖਣ ਲੱਗੋਗੇ, ਫਿਰ ਜ਼ਿਆਦਾ ਉਹਦੇ ਵਿੱਚ ਜੀਓਗੇ, ਆਪਣੇ 'ਚ ਘੱਟ। ਕੀ ਜ਼ਰੂਰਤ ਹੈ ਕਿ ਪਤਨੀ 'ਚ ਤੁਸੀਂ ਪਤਨੀ ਹੀ ਵੇਖੋ, ਕਿਉਂ ਨਾ ਪਰਮਾਤਮਾ ਨੂੰ ਵੇਖੋ। ਕੀ ਜ਼ਰੂਰਤ ਹੈ ਕਿ ਤੁਸੀਂ ਆਪਣੇ ਪੁੱਤਰ 'ਚ ਪੁੱਤਰ ਨੂੰ ਹੀ ਆਪਣਾ ਦੇਖੋ, ਕਿਉਂ ਨਾ ਪਰਮਾਤਮਾ ਦਾ ਪੁੱਤਰ ਦੇਖੋ। ਜਿਵੇਂ ਹੀ ਦ੍ਰਿਸ਼ਟੀ ਬਦਲਦੀ ਹੈ ਉਵੇਂ ਹੀ ਸੁੱਖ ਆਉਣਾ ਸ਼ੁਰੂ ਹੁੰਦਾ ਹੈ। ਕੱਲ੍ਹ ਜੇਕਰ ਤੁਹਾਡਾ ਪੁੱਤਰ ਮਰ ਜਾਏਗਾ ਤਾਂ ਤੁਸੀਂ ਦੁਖੀ ਹੋਵੋਗੇ, ਇਸ ਲਈ ਨਹੀਂ ਕਿ ਪੁੱਤਰ ਮਰ ਗਿਆ, ਇਸ ਲਈ ਕਿ ਤੁਹਾਡੀ ਦ੍ਰਿਸ਼ਟੀ 'ਚ ਭਰਮ ਸੀ। ਤੁਸੀਂ ਸੋਚਦੇ ਸੀ ਮੇਰਾ ਪੁੱਤਰ। ਤੇ ਜੇਕਰ ਤੁਸੀਂ ਪਹਿਲਾਂ ਤੋਂ ਹੀ ਜਾਣਿਆ ਹੁੰਦਾ ਕਿ ਪਰਮਾਤਮਾ ਦਾ ਪੁੱਤਰ, ਤੁਸੀਂ ਕਹਿੰਦੇ ਜਦ ਉਹਦੀ ਮਰਜ਼ੀ ਸੀ ਭੇਜਿਆ, ਉਹਦੀ ਮਰਜ਼ੀ ਹੋਈ ਲੈ ਗਿਆ, ਉਹਦਾ ਹੁਕਮ, ਤੇ ਤੁਸੀਂ ਹਰ ਹਾਲ 'ਚ ਰਾਜ਼ੀ ਰਹੋਗੇ ਕਿਉਂਕਿ ਉਹਦਾ ਪੁੱਤਰ ਸੀ, ਉਹਨੇ ਭੇਜਿਆ। ਜਿੰਨੇ ਦਿਨ ਭੇਜਿਆ ਉਹਦੀ ਕਿਰਪਾ, ਸ਼ਿਕਾਇਤ ਕਿਸਨੇ ਕਰਨੀ ਹੈ। ਜਦ ਬੁਲਾ ਲਿਆ ਉਹਦੀ ਮਰਜ਼ੀ। ਸਾਡਾ ਕੁਝ ਹੈ ਹੀ ਨਹੀਂ, ਸਭ ਕੁਝ ਉਸੇ ਦਾ ਹੈ। ਫਿਰ ਤੁਸੀਂ ਕਿਵੇਂ ਰੋਵੋਗੇ, ਕਿਵੇਂ ਚਿੰਤਾ ਕਰੋਗੇ, ਕਿਵੇਂ ਸੰਤਾਪ ਕਰੋਗੇ। ਦੇਵੇਂ ਤਾਂ ਤੁਸੀਂ ਕਾਜ਼ੀ ਰਹੋਗੇ, ਲੈ ਲਵੇ ਤਾਂ ਤੁਸੀਂ ਰਾਜ਼ੀ ਰਹੋਗੇ। ਕਿਉਂਕਿ ਉਹਦੇ ਰਾਹ ਨਿਰਾਲੇ ਹਨ। ਕਦੀ ਉਹ ਤੁਹਾਨੂੰ ਦਿੰਦਾ ਹੈ, ਦੇਣ ਦੇ ਰਾਹੀਂ ਤੁਹਾਨੂੰ ਬਣਾਉਂਦਾ ਹੈ, ਕਦੇ ਲੈ ਲੈਂਦਾ ਹੈ, ਲੈਣ ਦੇ ਬਹਾਨੇ ਤੁਹਾਡਾ ਵਿਕਾਸ ਕਰਦਾ ਹੈ। ਕਦੇ ਜ਼ਰੂਰਤ ਹੁੰਦੀ ਹੈ ਕਿ ਤੁਹਾਨੂੰ ਦੁੱਖ ਮਿਲੇ, ਕਿਉਂਕਿ ਦੁੱਖ ਤੁਹਾਨੂੰ ਚੇਤੇ ਕਰਾਉਂਦਾ ਹੈ, ਹੋਸ਼ ਲਿਆਉਂਦਾ ਹੈ। ਸੁੱਖ 'ਚ ਤਾਂ ਤੁਸੀਂ ਸੌਂ ਜਾਂਦੇ ਹੋ, ਗੁਆਚ ਜਾਂਦੇ ਹੋ, ਦੁੱਖ 'ਚ ਤੁਸੀਂ ਜਾਗ ਪੈਂਦੇ ਹੋ। ਇੱਕ ਸੂਫੀ ਫਕੀਰ ਹੋਇਆ, ਹਸਨ ਉਹਦਾ ਨਾਂ ਸੀ। ਉਹਦੇ ਚੇਲੇ ਨੇ ਇੱਕ ਦਿਨ ਪੁੱਛਿਆ ਕਿ ਸੁੱਖ ਕੀ ਹੈ। ਇਹ ਤਾਂ ਸਮਝ ਚਾਹੁੰਦਾ ਹੈ ਕਿਉਂਕਿ ਪਰਮਾਤਮਾ ਹੈ, ਉਹ ਪਿਤਾ ਹੈ, ਤਾਂ ਉਹ ਸੁੱਖ ਦੇ ਰਿਹਾ, ਪਰ ਦੁੱਖ ਕਿਉਂ? ਦੁੱਖ ਸਮਝ 'ਚ ਨਹੀਂ ਆਉਂਦਾ। ਹਸਨ ਆਪਣੀ ਬੇੜੀ 'ਚ ਬੈਠਾ ਸੀ ਤੇ ਦੂਜੇ ਪਾਰ ਜਾ ਰਿਹਾ ਸੀ। ਉਹਨੇ ਚੇਲੇ ਨੂੰ ਵੀ ਬੇੜੀ ਵਿੱਚ ਬਿਠਾ ਲਿਆ, ਕੁਝ ਬੋਲਿਆ ਨਹੀਂ ਤੇ ਇੱਕ ਹੀ ਚੱਪੂ ਨਾਲ ਬੇੜੀ ਚਲਾਉਣੀ ਸ਼ੁਰੂ ਕਰ ਦਿੱਤੀ। ਉਹ ਬੇੜੀ ਗੋਲ ਗੋਲ ਘੁੰਮਣ ਲੱਗੀ। ਉਸ ਨੌਜਵਾਨ ਨੇ ਕਿਹਾ, ਤੁਹਾਡਾ ਦਿਮਾਗ ਤਾਂ ਖਰਾਬ ਨਹੀਂ ਹੋ ਗਿਆ? ਜੇਕਰ ਇੱਕ ਹੀ ਚੱਪੂ ਨਾਲ ਬੇੜੀ ਟੋਰੀ ਤਾਂ ਅਸੀਂ ਇੱਥੇ ਹੀ ਭਟਕਦੇ ਰਹਾਂਗੇ, ਇਸੇ ਹੀ ਕੰਢੇ 'ਤੇ ਗੋਲ ਗੋਲ ਘੁੰਮਦੇ ਰਹਾਂਗੇ। ਦੂਜਾ ਚੱਪੂ ਖਰਾਬ ਹੈ ਜਾਂ ਤੁਹਾਡਾ ਹੱਥ ਕੰਮ ਨਹੀਂ ਕਰ ਰਿਹਾ, ਜਾਂ ਹੱਥ 'ਚ ਦਰਦ ਹੈ ਤਾਂ ਮੈਂ ਚਲਾਵਾਂ? ਹਸਨ ਨੇ ਕਿਹਾ, ਤੂੰ ਤਾਂ ਸਮਝਦਾਰ ਹੈ, ਮੈਂ ਤਾਂ ਸਮਝਿਆ ਕਿ ਨਾ ਸਮਝ ਹੈ। ਜੇਕਰ ਸੁੱਖ ਹੀ ਸੁੱਖ ਹੋਏਗਾ ਤਾਂ ਬੇੜੀ ਗੁਲਾਈ 'ਚ ਘੁੰਮਦੀ ਰਹੇਗੀ, ਕਿਤੇ ਪੁੱਜੇਗੀ ਨਹੀਂ। ਉਹਨੂੰ ਸਾਧਣ ਲਈ ਦੂਜਾ ਚਾਹੀਦਾ ਹੈ। ਦੋ ਚੱਪੂਆਂ ਨਾਲ ਬੇੜੀ ਚੱਲਦੀ ਹੈ, ਦੋ ਪੈਰਾਂ ਨਾਲ ਆਦਮੀ ਤੁਰਦਾ ਹੈ, ਦੋ ਹੱਥਾਂ ਨਾਲ ਜੀਵਨ ਚੱਲਦਾ ਹੈ। ਰਾਤ ਤੇ ਦਿਨ ਚਾਹੀਦੇ ਹਨ, ਸੁੱਖ ਤੇ ਦੁੱਖ ਚਾਹੀਦਾ ਹੈ, ਜਨਮ ਤੇ ਮੌਤ ਚਾਹੀਦੀ ਹੈ। ਨਹੀਂ ਤਾਂ ਬੇੜੀ ਘੁੰਮਦੀ ਰਹੇਗੀ, ਭੰਵਰ ਬਣ ਜਾਏਗੀ, ਤੁਸੀਂ ਕਦੇ ਪੁੱਜੋਗੇ ਹੀ ਨਹੀਂ। ਜਦ ਕੋਈ ਚੰਗੀ ਤਰ੍ਹਾਂ ਵੇਖਣ ਲੱਗਦਾ ਹੈ ਕਿ ਸਾਰਿਆਂ 'ਚ ਉਹੀ ਹੈ, ਤਦ ਤੁਸੀਂ ਉਹਦੇ ਦੁੱਖ ਨੂੰ ਵੀ ਆਹੋ ਭਾਵ ਨਾਲ ਸਵੀਕਾਰ ਕਰਦੇ ਹੋ। ਤਦ ਤੁਸੀਂ ਉਹਦੇ ਸੁੱਖ ਨੂੰ ਸਵੀਕਾਰ ਕਰਦੇ ਹੋ, ਉਹਦੇ ਦੁੱਖ ਨੂੰ ਵੀ। ਜਦ ਤੁਸੀਂ ਦੋਨਾਂ ਨੂੰ ਇੱਕ ਸਮਾਨ ਭਾਵ ਨਾਲ ਅੰਗੀਕਾਰ ਕਰਦੇ ਹੋ
ਤਦ ਨਾ ਸੁੱਖ ਸੁੱਖ ਰਹਿ ਜਾਂਦਾ ਹੈ, ਨਾ ਦੁੱਖ ਦੁੱਖ ਰਹਿ ਜਾਂਦਾ ਹੈ। ਉਹਨਾਂ ਦੀ ਭੇਦ ਰੇਖਾ ਗੁਆਚ ਜਾਂਦੀ ਹੈ। ਜਦ ਤੁਸੀਂ ਦੋਹਾਂ ਨੂੰ ਇੱਕੋ ਜਿਹੇ ਭਾਵ ਨਾਲ ਵੇਖਦੇ ਹੋ, ਤੁਹਾਡਾ ਸੁੱਖ ਨਾਲ ਬਹੁਤਾ ਲਗਾਓ ਤੇ ਦੁੱਖ ਦਾ ਵਿਰੋਧ ਟੁੱਟ ਜਾਂਦਾ ਹੈ। ਤੁਸੀਂ ਉਸੇ ਵੇਲੇ ਵੱਖਰੇ ਹੋ ਜਾਂਦੇ ਹੋ, ਤੁਸੀਂ ਤੀਜੇ ਹੋ ਜਾਂਦੇ ਹੋ, ਤੁਸੀਂ ਸਾਕਸ਼ੀ ਭਾਵ ਨੂੰ ਉਪਲਬਧ ਹੋ ਜਾਂਦੇ ਹੋ। ਦੁੱਖ ਤੋਂ ਛੁੱਟ ਕੇ ਤਦ ਤੁਸੀਂ ਸੁੱਖ ਘਰ ਲੈ ਜਾਓਗੇ। ਗੁਰੂ ਬਾਣੀ ਹੀ ਨਾਦ ਹੈ ਤੇ ਗੁਰੂ ਬਾਣੀ ਹੀ ਵੇਦ ਹੈ। ਉਹ ਪਰਮਾਤਮਾ ਗੁਰੂ ਬਾਣੀ ਵਿੱਚ ਹੀ ਸਮਾਇਆ ਹੋਇਆ ਹੈ। ਗੁਰੂ ਸ਼ਿਵ, ਗੁਰੂ ਵਿਸ਼ਨੂੰ, ਗੁਰੂ ਹੀ ਬ੍ਰਹਮਾ ਹੈ। ਜੋ ਵੀ ਮੈਂ ਜਾਣਦਾ, ਜੇਕਰ ਮੈਂ ਤੁਹਾਨੂੰ ਪੂਰਾ ਵੀ ਜਾਣਦਾ ਤਾਂ ਵੀ ਉਹਦਾ ਵਰਣਨ ਨਹੀਂ ਕਰ ਸਕਦਾ ਹਾਂ, ਕਿਉਂਕਿ ਉਹ ਕਥਨ ਦੇ ਰਾਹੀਂ ਨਹੀਂ ਕਿਹਾ ਜਾ ਸਕਦਾ। ਪਰ ਇੱਕ ਗੁਰੂ ਨਾਲ ਸਾਰੀ ਬੁਝਾਰਤ ਹੱਲ ਹੋ ਜਾਂਦੀ ਹੈ ਤੇ ਉਹ ਗੁਰ ਹੈ ਕਿ ਸਾਰੇ ਪ੍ਰਾਣੀਆਂ ਦਾ ਇੱਕੋ ਦਾਤਾ ਹੈ। ਇਹਨੂੰ ਮੈਂ ਨਾ ਭੁੱਲ ਜਾਵਾਂ। ਇਸ ਨੂੰ ਥੋੜ੍ਹਾ ਸਮਝਣ ਦੀ ਕੋਸ਼ਿਸ਼ ਕਰੀਏ। ਨਾਨਕ ਨੇ ਗੁਰੂ ਨੂੰ ਬਹੁਤ ਵੱਡੀ ਮਹਿਮਾ ਦਿੱਤੀ ਹੈ। ਸਾਰੇ ਸੰਤਾਂ ਨੇ ਗੁਰੂ ਨੂੰ ਬਹੁਤ ਵੱਡੀ ਮਹਿਮਾ ਦਿੱਤੀ ਹੈ। ਸ਼ਾਸਤਰਾਂ ਤੋਂ ਉੱਤੇ ਗੁਰੂ ਨੂੰ ਰੱਖਿਆ ਹੈ। ਜੇਕਰ ਗੁਰੂ ਕੁਝ ਕਹੇ ਤੇ ਉਹ ਵੇਦ ਵਿੱਚ ਨਾ ਮਿਲੇ ਤਾਂ ਵੇਦ ਨੂੰ ਛੱਡ ਦਿਓ, ਕਿਉਂਕਿ ਗੁਰੂ ਦੀ ਬਾਣੀ ਵੇਦ ਹੈ। ਜੇ ਗੁਰੂ ਕੁਝ ਕਹੇ ਤੇ ਸ਼ਾਸਤਰ ਮੁਤਾਬਿਕ ਨਾ ਹੋਵੇ ਤਾਂ ਕਿਸ ਨੂੰ ਛੱਡੋਗੇ? ਸ਼ਾਸਤਰ ਨੂੰ ਛੱਡ ਦਿਓ, ਕਿਉਂਕਿ ਗੁਰੂ ਜਿਉਂਦਾ ਸ਼ਾਸਤਰ ਹੈ। ਗੁਰੂ ਦਾ ਇੰਨਾ ਮੁੱਲ ਸੰਤਾਂ ਨੇ ਕਿਸੇ ਕਾਰਨ ਨਾਲ ਦਿੱਤਾ ਹੈ। ਕੁਝ ਗੱਲਾਂ ਸਮਝ ਲੈਣੀਆਂ ਜ਼ਰੂਰੀ ਹਨ। ਪਹਿਲੀ ਗੱਲ, ਵੇਦ ਵੀ ਗੁਰੂਆਂ ਦੇ ਵਚਨ ਹਨ, ਲੇਕਿਨ ਉਹ ਗੁਰੂ ਅੱਜ ਮੌਜੂਦ ਨਹੀਂ ਹਨ ਤੇ ਨਾ ਹੀ ਵਚਨ ਸ਼ੁੱਧ ਰਹਿ ਗਏ ਹਨ। ਵਚਨ ਸ਼ੁੱਧ ਰਹਿ ਨਹੀਂ ਸਕਦਾ ਕਿਉਂਕਿ ਇਕੱਠਾ ਕਰਨ ਵਾਲੇ ਆਪਣੇ ਵਿਚਾਰਾਂ ਨੂੰ ਮਿਲਾਉਣਗੇ ਹੀ। ਇਹ ਇਹਨਾਂ ਦੀ ਮਜਬੂਰੀ ਹੈ। ਉਹ ਜਾਣ-ਬੁੱਝ ਕੇ ਮਿਲਾਉਂਦੇ ਹਨ ਤੇ ਇਹ ਵੀ ਨਹੀਂ ਹੈ, ਉਹ ਮਿਲਾਉਣਗੇ ਹੀ। ਤੁਹਾਨੂੰ ਜੇਕਰ ਮੈਂ ਕੋਈ ਗੱਲ ਕਹਾਂ ਕਿ ਜਾ ਕੇ ਗੁਆਂਢੀ ਨੂੰ ਕਹਿ ਦਿਓ, ਵਿੱਚੋਂ ਗੱਲ ਦੇ ਕੁਝ ਘਟ ਜਾਏਗਾ, ਕੁਝ ਜੁੜ ਜਾਏਗਾ, ਗੱਲ ਦਾ ਰੂਪ ਵਿਗੜ ਜਾਏਗਾ। ਜੇਕਰ ਤੁਸੀਂ ਸ਼ਬਦ ਵੀ ਉਹੀ ਵਰਤੋ 100% ਜਿਹੜੇ ਮੈਂ ਕਹੇ, ਤਾਂ ਵੀ ਟੋਨ, ਕਹਿਣ ਦਾ ਢੰਗ, ਐਮਫੈਸਿਸ ਬਦਲ ਜਾਏਗਾ। ਫਿਰ ਤੁਸੀਂ ਜਦ ਬੋਲੋਗੇ ਤਾਂ ਤੁਹਾਡਾ ਅਨੁਭਵ, ਤੁਹਾਡਾ ਗਿਆਨ, ਤੁਹਾਡੀ ਸਮਝ ਉਹਨਾਂ ਸ਼ਬਦਾਂ 'ਚ ਭਰ ਜਾਏਗੀ। ਮੈਂ ਤੁਹਾਨੂੰ ਫੁੱਲ ਦੇ ਦੇਵਾਂ ਹੱਥ ਵਿੱਚ, ਤੁਸੀਂ ਉਸ ਫੁੱਲ ਨੂੰ ਆਪਣੇ ਹੱਥ 'ਚ ਲੈ ਜਾਓ ਕਿਸੇ ਨੂੰ ਦੇਣ ਲਈ, ਪਰ ਤੁਹਾਡੇ ਸਰੀਰ ਦੀ ਗੰਧ ਵੀ ਉਹ ਫੁੱਲ ਫੜ ਲਏਗਾ। ਜਿਵੇਂ ਤੁਹਾਡਾ ਹੱਥ ਫੁੱਲ ਦੀ ਸੁਗੰਧ ਨੂੰ ਫੜ ਲੈਂਦਾ ਹੈ, ਉਵੇਂ ਫੁੱਲ ਤੁਹਾਡੀ ਦੇਹ ਦੀ ਗੰਧ ਨੂੰ ਫੜੇਗਾ। ਉਹ ਫੁੱਲ ਉਹੀ ਨਹੀਂ ਰਹਿ ਗਿਆ ਜਿਹੜਾ ਮੈਂ ਦਿੱਤਾ ਸੀ। ਤੇ ਜੇਕਰ ਹਜ਼ਾਰਾਂ ਹੱਥਾਂ ਵਿੱਚੋਂ ਫੁੱਲ ਲੰਘਿਆ ਤਾਂ ਹਜ਼ਾਰਾਂ ਦੇਹਾਂ ਦੀ ਗੰਧ ਫੜੀ ਜਾਏਗੀ। ਤੇ ਜੇਕਰ ਦੁਬਾਰਾ ਉਹੀ ਫੁੱਲ ਮੇਰੇ ਕੋਲ ਆਏ ਤਾਂ ਮੈਂ ਵੀ ਪਛਾਣ ਨਹੀਂ ਸਕਾਂਗਾ ਕਿ ਉਹੀ ਫੁੱਲ ਹੈ ਜਿਹੜਾ ਮੈਂ ਦਿੱਤਾ ਸੀ। ਨਾ ਤਾਂ ਉਹਦੇ ਵਿੱਚ ਉਹ ਸੁਗੰਧ ਰਹਿ ਗਈ ਜਿਹੜੀ ਮੈਂ ਦਿੱਤੀ ਸੀ, ਕਿਉਂਕਿ ਉਹ ਗੁਆਚ ਗਈ ਹਜ਼ਾਰਾਂ ਹੱਥਾਂ 'ਚ ਲੱਗ ਕੇ, ਤੇ ਉਹ ਹਜ਼ਾਰਾਂ ਹੱਥਾਂ ਦੀ ਦੁਰਗੰਧ ਇਕੱਠੀ ਕਰ ਲਿਆਇਆ। ਨਾ ਉਹਦੀ ਸ਼ਕਲ ਉਹ ਰਹਿ ਜਾਏਗੀ ਜਿਹੜੀ ਮੈਂ ਦਿੱਤੀ ਸੀ, ਉਹ ਟੁੱਟ ਫੁੱਟ ਜਾਏਗਾ, ਉਹਦੀਆਂ ਪੱਤੀਆਂ ਡਿੱਗ ਪੈਣਗੀਆਂ। ਅਧੂਰਾ ਫੁੱਲ ਮੇਰੇ ਕੋਲ ਨਾ ਲਿਆਇਆ ਜਾਵੇ, ਇਸ ਲਈ ਲੋਕ ਦੂਜੀਆਂ ਪੱਤੀਆਂ ਉਹਦੇ ਵਿੱਚ ਜੋੜ ਲਿਆਉਣਗੇ ਤਾਂ ਕਿ ਫਲ ਪੂਰਾ ਹੋ ਜਾਏ, ਤਾਂ ਕਿ ਫੁੱਲ ਪੂਰਾ ਹੋ ਜਾਏ। ਵੇਦ ਗੁਰੂ ਵਚਨ ਹਨ। ਜਿਨ੍ਹਾਂ ਨੇ ਜਾਣਿਆ ਉਹਨਾਂ ਨੇ ਕਿਹਾ, ਪਰ ਫਿਰ ਹਜ਼ਾਰਾਂ ਸਾਲ ਬੀਤ ਗਏ, ਉਹਨਾਂ ਵਿੱਚ ਬਹੁਤ ਕੁਝ ਜੁੜ ਗਿਆ, ਬਹੁਤ ਕੁਝ ਘਟ ਗਿਆ। ਇਸ ਲਈ ਜਿਉਂਦੇ ਗੁਰੂ ਨੂੰ ਲੱਭ ਲੈਣਾ ਪਰਮ ਸੁਭਾਗ ਹੈ। ਕਿਤਾਬ ਤਾਂ ਬੇਹੀ ਹੋਈ ਜਾਏਗੀ। ਫਿਰ ਹੋਰ ਮਜ਼ੇ ਦੀ ਗੱਲ ਹੈ ਕਿ ਕਿਤਾਬ ਨੂੰ ਜਦ ਤੁਸੀਂ ਪੜ੍ਹੋਗੇ ਤਾਂ ਤੁਸੀਂ ਹੀ ਉਹਦੇ ਅਰਥ ਕੱਢੋਗੇ। ਅਰਥ ਕੌਣ ਕੱਢੇਗਾ? ਤੁਸੀਂ ਹੀ ਪੜ੍ਹੋਗੇ, ਤੁਸੀਂ ਹੀ ਅਰਥ ਕੱਢੋਗੇ। ਅਰਥ ਤੁਹਾਡੇ ਤੋਂ ਤਾਂ ਬਹੁਤਾ ਨਹੀਂ ਹੋ ਸਕੇਗਾ, ਤੁਹਾਡੀ ਸਮਝ ਤੋਂ ਪਾਰ ਨਹੀਂ ਹੋ ਸਕੇਗਾ। ਤੁਸੀਂ ਆਪਣੇ ਹੀ ਅਰਥ ਨੂੰ ਕਿਤਾਬ ਉੱਤੇ ਥੋਪ ਦਿਓਗੇ ਤਾਂ ਗੁਰੂ ਤੁਹਾਡੀ ਕਿਤਾਬ ਨਹੀਂ ਹੋਈ, ਤੁਸੀਂ ਹੀ ਗੁਰੂ ਬਣ ਗਏ ਕਿਤਾਬ ਦੇ। ਸ਼ਾਸਤਰ ਨੂੰ ਤੁਸੀਂ ਨਹੀਂ ਪੜ੍ਹਿਆ, ਤੁਸੀਂ ਸ਼ਾਸਤਰ ਨੂੰ ਹੀ ਪੜ੍ਹਾਉਣ ਲੱਗ ਪਏ।
ਇਸ ਲਈ ਤਾਂ ਇੰਨੀਆਂ ਵਿਆਖਿਆਵਾਂ ਹਨ। ਗੀਤਾ ਦੀਆਂ ਹਜ਼ਾਰਾਂ ਵਿਆਖਿਆਵਾਂ ਹਨ। ਜੋ ਵੀ ਪੜ੍ਹਦਾ ਆਪਣਾ ਅਰਥ ਕਰਦਾ ਹੈ। ਕ੍ਰਿਸ਼ਨ ਖਲੋਤੇ ਨਹੀਂ ਹਨ ਵਿਚਕਾਰ ਕੇ ਰੋਕਣ ਕਿ ਭਾਈ ਇਹ ਮੇਰਾ ਅਰਥ ਨਹੀਂ। ਕ੍ਰਿਸ਼ਨ ਦਾ ਤਾਂ ਇੱਕ ਹੀ ਅਰਥ ਰਿਹਾ ਹੋਏਗਾ। ਹਜ਼ਾਰਾਂ ਅਰਥ ਤਾਂ ਨਹੀਂ ਹੋ ਸਕਦੇ। ਹਜ਼ਾਰਾਂ ਅਰਥ ਜੇ ਕ੍ਰਿਸ਼ਨ ਦੇ ਸਨ ਤਾਂ ਅਰਜੁਨ ਪਾਗਲ ਹੋ ਜਾਣਾ ਚਾਹੀਦਾ ਸੀ। ਕ੍ਰਿਸ਼ਨ ਦਾ ਤਾਂ ਇੱਕ ਪੱਕਾ ਅਰਥ ਰਿਹਾ ਹੋਏਗਾ, ਪਰ ਕੌਣ ਕਹੇ ਕਿ ਉਹ ਅਰਥ ਕੀ ਸੀ? ਅਰਜੁਨ ਵੀ ਨਹੀਂ ਕਹਿ ਸਕਦਾ ਜਿਹਨੇ ਸੁਣਿਆ ਸੀ, ਕਿਉਂਕਿ ਉਹ ਵੀ ਜੋ ਕਹੇਗਾ ਬਦਲ ਜਾਏਗਾ। ਅਤੇ ਫਿਰ ਇਹ ਪੂਰੀ ਦੀ ਪੂਰੀ ਗੀਤਾ ਸੰਜੇ ਨੇ ਲਿਖੀ ਹੈ। ਸੰਜੇ ਯਾਨੀ PTI, ਰਿਓਚਰ ਰਿਪੋਰਟਰ। ਇਹਨੇ ਬਹੁਤ ਦੂਰ ਬੈਠ ਕੇ ਟੈਲੀਵਿਜ਼ਨ ਨਾਲ ਖਬਰ ਪਾ ਕੇ ਕਹੀ ਹੈ। ਉਹ ਵੀ ਅੰਨੇ ਧ੍ਰਿਤਰਾਸ਼ਟਰ ਨੂੰ ਦੱਸੀ ਹੈ। ਦੂਰੀ ਵੱਧਦੀ ਜਾਂਦੀ ਹੈ। ਕੀ ਕ੍ਰਿਸ਼ਨ ਅਰਜੁਨ ਨੂੰ ਕਹਿੰਦੇ ਹਨ? ਅਰਜੁਨ ਵੀ ਠੀਕ ਠੀਕ ਰਿਪੋਰਟ ਨਹੀਂ ਦੇ ਸਕਦਾ। ਉਹ ਆਪਣੀ ਸਮਝ ਦੇ ਅਨੁਸਾਰ ਦੇਗਾ। ਜੋ ਉਹਨੂੰ ਸਮਝ 'ਚ ਆਇਆ ਉਹ ਕਹੇਗਾ। ਉਹ ਨਹੀਂ ਜੋ ਕ੍ਰਿਸ਼ਨ ਨੇ ਕਿਹਾ ਹੈ। ਤੇ ਇਹ ਵੀ ਖਬਰ ਸੰਜੇ ਇਕੱਠੀ ਕਰ ਰਿਹਾ। ਸੰਜੇ ਰਿਪੋਰਟਰ ਹੈ। ਉਹ ਵੀ ਅੰਨੇ ਧ੍ਰਿਤਰਾਸ਼ਟਰ ਨੂੰ ਕਹਿ ਰਿਹਾ ਹੈ। ਬੋਲੇ ਸੁਣ ਰਹੇ ਹਨ, ਅੰਨਿਆਂ ਨੂੰ ਕਹਿ ਰਹੇ ਹਨ। ਫਿਰ ਹਜ਼ਾਰਾਂ ਸਾਲ ਬੀਤ ਗਏ। ਫਿਰ ਵਿਆਖਿਆਕਾਰ ਉਹੀ ਵਿਆਖਿਆ ਕਰ ਰਹੇ ਹਨ। ਫਿਰ ਇੱਕ ਇੱਕ ਸ਼ਬਦ ਦੇ ਅਨੇਕ ਅਰਥ ਹੋ ਜਾਂਦੇ ਹਨ। ਫਿਰ ਗੀਤਾ 'ਚ ਕੋਈ ਅਰਥ ਨਹੀਂ ਰਹਿ ਜਾਂਦਾ। ਫਿਰ ਜੋ ਤੁਸੀਂ ਪਾਓ ਉਹੀ ਅਰਥ ਹੈ। ਫਿਰ ਗੀਤਾ ਉੱਤੇ ਤੁਸੀਂ ਆਪਣੇ ਆਪ ਨੂੰ ਥੋਪ ਦਿੰਦੇ ਹੋ। ਇਸ ਲਈ ਨਾਨਕ, ਕਬੀਰ, ਦਾਦੂ ਸਾਰਿਆਂ ਦਾ ਜ਼ੋਰ ਹੈ, ਕਿਉਂਕਿ ਇਹਨਾਂ ਦੇ ਸਮੇਂ ਤੱਕ ਆਉਂਦੇ ਆਉਂਦੇ ਸਾਰੇ ਪ੍ਰਾਚੀਨ ਸ਼ਾਸਤਰ ਬਹੇ ਤੇ ਉਧਾਰ ਹੋ ਗਏ। ਇਹਨਾਂ ਸਾਰਿਆਂ ਨੇ ਇੱਕ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਜਿਉਂਦੇ ਗੁਰੂ ਨੂੰ ਲੱਭ ਲਓ। ਉਹਦੀ ਬਾਣੀ ਹੀ ਵੇਦ ਹੈ। ਤੁਸੀਂ ਆਮਣੇ ਸਾਹਮਣੇ ਬੈਠ ਕੇ ਸੁਣੋਗੇ ਤਾਂ ਵੀ ਬਦਲਾਹਟ ਤਾਂ ਹੋ ਹੀ ਜਾਏਗੀ, ਪਰ ਘੱਟ ਤੋਂ ਘੱਟ। ਗੁਰੂ ਬਾਣੀ ਹੀ ਨਾਦ ਹੈ। ਗੁਰੂ ਬਾਣੀ ਹੀ ਵੇਦ ਹੈ। ਉਹ ਪਰਮਾਤਮਾ ਗੁਰੂ ਬਾਣੀ ਵਿੱਚ ਹੈ। ਗੁਰੂ ਸ਼ਿਵ, ਗੁਰੂ ਵਿਸ਼ਨੂੰ, ਗੁਰੂ ਹੀ ਬ੍ਰਹਮਾ, ਉਹੀ ਪਾਰਵਤੀ ਹੈ। ਗੁਰਮੁਖ ਨਾਦੰ, ਗੁਰਮੁਖ ਵੇਦੰ, ਗੁਰਮੁਖ ਰਿਹਾ ਸਮਾਈ। ਗੁਰ ਈਸਰ, ਗੁਰ ਗੋਰਖ ਬਰਮਾ, ਗੁਰ ਪਾਰਬਤੀ ਮਾਈ। ਜੇ ਹੋ ਜਾਣਾ ਆਖਾ ਨਾਹੀ, ਕਹਿਣਾ ਕਥਨ ਨਾ ਜਾਈ। ਜਿਨ੍ਹਾਂ ਨੇ ਆਪਣੀ ਅੱਖ ਨਾਲ ਵੇਖਿਆ ਹੈ ਉਸ ਪਰਮਾਤਮਾ ਨੂੰ, ਉਹ ਵੀ ਉਸ ਨੂੰ ਠੀਕ ਤਰ੍ਹਾਂ ਨਹੀਂ ਵਰਣਨ ਕਰ ਸਕਦੇ, ਪੂਰਾ ਨਹੀਂ ਕਹਿ ਸਕਦੇ। ਤੇ ਤੁਸੀਂ ਪਰਮਾਤਮਾ ਨੂੰ ਕਿਤਾਬ ਵਿੱਚੋਂ ਲੱਭ ਰਹੇ ਹੋ। ਗੀਤਾ, ਬਾਈਬਲ, ਗੁਰੂ ਗ੍ਰੰਥ, ਤੁਸੀਂ ਰੱਬ ਨੂੰ ਕਿਤਾਬਾਂ ਵਿੱਚੋਂ ਲੱਭ ਰਹੇ ਹੋ। ਜਿਉਂਦਾ ਗੁਰੂ ਵੀ ਉਹਨੂੰ ਪੂਰਾ ਨਹੀਂ ਕਹਿ ਪਾਉਂਦਾ। ਨਾਨਕ ਖੁਦ ਆਪਣੇ ਸੰਬੰਧ 'ਚ ਕਹਿੰਦੇ ਹਨ ਕਿ ਜੇ ਮੈਂ ਜਾਣਦਾ ਵੀ, ਪੂਰਾ ਜਾਣਦਾ ਵੀ, ਤਾਂ ਵੀ ਉਹਦਾ ਵਰਣਨ ਨਹੀਂ ਕਰ ਸਕਦਾ, ਕਿਉਂਕਿ ਉਹ ਕਥਨ ਦੇ ਰਾਹੀਂ ਨਹੀਂ ਕਿਹਾ ਜਾ ਸਕਦਾ। ਜਿਹੜਾ ਕਥਨ ਦੇ ਰਾਹੀਂ ਨਹੀਂ ਕਿਹਾ ਜਾ ਸਕਦਾ, ਉਸ ਨੂੰ ਤੁਸੀਂ ਕਥਾ ਦੇ ਰਾਹੀਂ ਸਮਝ ਰਹੇ ਹੋ। ਜਿਹੜਾ ਕਥਨ ਦੇ ਰਾਹੀਂ ਨਹੀਂ ਕਿਹਾ ਜਾ ਸਕਦਾ, ਉਹਨੂੰ ਤੁਸੀਂ ਛਪੇ ਹੋਏ ਵਚਨਾਂ ਦੇ ਰਾਹੀਂ ਸਮਝ ਰਹੇ ਹੋ। ਨਹੀਂ, ਉਹਦੀ ਖਬਰ ਤਾਂ ਜਿਉਂਦੇ ਗੁਰੂ ਦੇ ਕੋਲ ਹੀ ਮਿਲੇਗੀ। ਉਹ ਵੀ ਨਹੀਂ ਕਿ ਗੁਰੂ ਜੋ ਕਹਿੰਦਾ ਹੈ ਉਸ ਦੇ ਨਾਲ ਤੁਸੀਂ ਸਮਝੋਗੇ। ਗੁਰੂ ਜੋ ਹੈ ਉਸ ਦੇ ਨਾਲ ਤੁਸੀਂ ਸਮਝੋਗੇ। ਗੁਰੂ ਦੀ ਮੌਜੂਦਗੀ ਸਮਝਾਏਗੀ। ਗੁਰੂ ਦਾ ਹੋਣਾ ਸਮਝਾਏਗਾ। ਉਸ ਦੇ ਨਾਲ ਹੋਣਾ, ਉਸ ਦੀ ਹਵਾ, ਉਸ ਦਾ ਕਲਾਈਮੇਟ, ਗੁਰੂ ਦੇ ਕੋਲ ਹੋਣਾ ਇੱਕ ਦੂਜੀ ਹਵਾ 'ਚ ਹੋਣਾ ਹੈ। ਘੱਟ ਤੋਂ ਘੱਟ ਓਨੀ ਦੇਰ ਨੂੰ ਸੰਸਾਰ ਗੁਆਚ ਜਾਂਦਾ ਹੈ। ਘੱਟ ਤੋਂ ਘੱਟ ਓਨੀ ਦੇਰ ਨੂੰ ਤੁਸੀਂ ਦੂਜੇ ਲੋਕ 'ਚ ਹੁੰਦੇ ਹੋ। ਘੱਟ ਤੋਂ ਘੱਟ ਓਨੀ ਦੇਰ ਲਈ ਤੁਹਾਡੀ ਚੇਤਨਾ ਕਿਸੇ ਨਵੇਂ ਢਾਂਚੇ 'ਚ ਹੋ ਜਾਂਦੀ ਹੈ। ਗੁਰੂ ਦੀ ਖਿੜਕੀ ਤੋਂ ਥੋੜ੍ਹੀ ਦੇਰ ਲਈ ਤੁਸੀਂ ਝਾਕਣ ਨੂੰ ਰਾਜੀ ਹੋ ਜਾਓ। ਇਸ ਦੇ ਸਿਵਾ ਹੋਰ ਕੋਈ ਰਾਹ ਨਹੀਂ ਹੈ। ਜੇ ਮੈਂ ਜਾਣਦਾ ਵੀ ਤਾਂ ਵੀ ਉਹਦਾ ਵਰਣਨ ਮੈਂ ਨਹੀਂ ਕਰ ਸਕਦਾ ਸੀ, ਕਿਉਂਕਿ ਉਹ ਕਥਨ ਦੇ ਰਾਹੀਂ ਨਹੀਂ ਕਿਹਾ ਜਾ ਸਕਦਾ। ਜੇ ਹੋ ਜਾਣਾ ਆਖਾ ਨਾਹੀ,
ਕਹਿਣਾ ਕਥਨ ਨਾ ਜਾਏ। ਪਰ ਇੱਕ ਗੁਰ ਦੇ ਨਾਲ ਸਾਰੀ ਗੱਲ ਹੱਲ ਹੋ ਜਾਂਦੀ ਹੈ। ਗੁਰੂ ਜੋ ਦੇਵੇ, ਗੁਰ ਜੋ ਦੇਵੇ ਉਹੀ ਗੁਰੂ ਹੈ। ਗੁਰ ਦਾ ਅਰਥ ਹੈ ਟੈਕਨੀਕ, ਗੁਰ ਦਾ ਅਰਥ ਹੈ ਵਿਧੀ, ਗੁਰ ਦਾ ਅਰਥ ਹੈ ਮੈਥਡ, ਤੇ ਉਹ ਜਿਸ ਦੇ ਕੋਲੋਂ ਮਿਲ ਜਾਏ ਉਹੀ ਗੁਰੂ। ਇੱਕ ਗੁਰ ਨਾਲ ਸਾਰੀ ਗੱਲ ਹੱਲ ਹੋ ਜਾਂਦੀ ਹੈ, ਸਾਰੀ ਉਲਝਣ ਹੱਲ ਹੋ ਜਾਂਦੀ ਹੈ। ਤੇ ਉਹ ਗੁਰ ਨਾਨਕ ਕਹਿੰਦੇ ਹਨ ਇਹ ਹੈ, ਗੁਰਾਂ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਸਾਰਿਆਂ ਦਾ ਉਹੀ ਇੱਕ ਮਾਲਿਕ ਹੈ, ਸਾਰਿਆਂ ਦਾ ਉਹੀ ਇੱਕ ਨਿਰਮਾਤਾ ਹੈ, ਸਾਰਿਆਂ ਦਾ ਉਹੀ ਇੱਕ ਸ੍ਰਿਸ਼ਟਾ ਹੈ। ਉਹਨੂੰ ਮੈਂ ਭੁੱਲ ਨਾ ਜਾਵਾਂ। ਇਸ ਸੱਚਾਈ ਨੂੰ ਮੈਂ ਯਾਦ ਰੱਖ ਸਕਾਂ ਕਿ ਸਾਰਿਆਂ ਵਿੱਚ ਉਹੀ ਲੁਕਿਆ ਹੈ। ਸਾਰੇ ਹੱਥਾਂ ਦਾ ਹੱਥ ਹੋਈ ਹੈ, ਸਾਰੀਆਂ ਅੱਖਾਂ ਦੀ ਅੱਖ ਹੋਈ ਹੈ, ਉਹੀ ਧੜਕਦਾ ਹੈ, ਉਹੀ ਜੀਵਨ ਹੈ। ਇਹਨੂੰ ਮੈਂ ਭੁੱਲ ਨਾ ਜਾਵਾਂ, ਹਰ ਘੜੀ ਮੈਨੂੰ ਯਾਦ ਬਣੀ ਰਹੇ। ਇਹ ਗੁਰ, ਇਹ ਸੀਕ੍ਰੇਟ ਫੜਿਆ ਜਾਏ ਤਾਂ ਹੌਲੀ ਹੌਲੀ ਮਾਲਾ ਦੇ ਮਣਕਿਆਂ ਤੋਂ ਹਟ ਕੇ ਮਣਕਿਆਂ ਦੇ ਅੰਦਰ ਜਿਹੜਾ ਲੁਕਿਆ ਹੋਇਆ ਧਾਗਾ ਹੈ ਉਸ ਨੂੰ ਫੜ ਲਓਗੇ। ਉਹ ਧਾਗਾ ਪਰਮਾਤਮਾ ਹੈ। ਤੁਸੀਂ ਮਣਕੇ ਹੋ। ਤੁਹਾਡੇ ਅੰਦਰ ਜਿਹੜੀ ਜੀਵਨ ਦੀ ਧਾਰਾ ਵਗ ਰਹੀ ਹੈ, ਜਿਹੜਾ ਜੀਵਨ ਦਾ ਧਾਗਾ ਹੈ, ਉਹੀ ਪਰਮਾਤਮਾ ਹੈ। ਮੇਰੇ ਵਿੱਚ ਵੀ ਉਹੀ ਧਾਗਾ ਹੈ, ਤੁਹਾਡੇ ਵਿੱਚ ਵੀ ਉਹੀ ਹੈ, ਰੁੱਖ ਵਿੱਚ, ਪਸ਼ੂ ਪੰਛੀ ਵਿੱਚ, ਚੱਟਾਨ ਪਹਾੜ ਵਿੱਚ ਵੀ ਉਹੀ ਹੈ। ਉਹੀ ਜਿਉਂਦਾ ਹੈ ਅਨੇਕ ਰੂਪਾਂ ਵਿੱਚ, ਉਹੀ ਲਹਿਰਾਉਂਦਾ ਹੈ ਅਨੇਕ ਲਹਿਰਾਂ ਵਿੱਚ। ਤਾਂ ਤੁਸੀਂ ਉਸ ਧਾਗੇ ਨੂੰ ਨਾ ਭੁੱਲੋ। ਤਾਂ ਗੁਰ ਹੱਥ 'ਚ ਆ ਗਿਆ, ਹੋਰ ਸਾਰੀਆਂ ਬੁਝਾਰਤਾਂ ਆਪਣੇ ਆਪ ਹੱਲ ਹੋ ਜਾਣਗੀਆਂ। ਕੀ ਕਰੋਗੇ? ਕਿਵੇਂ ਇਸ ਗੁਰ ਨੂੰ ਸਾਂਭੋਗੇ? 24 ਘੰਟੇ ਸੰਭਾਲਣਾ ਹੈ। ਵੱਡੀ ਹਿੰਮਤ ਚਾਹੀਦੀ ਹੈ। ਬਹੁਤ ਗੁੰਝਲਾਂ ਵੀ ਹੋਣਗੀਆਂ। ਜੇਕਰ ਗੁੰਝਲਾਂ ਨਾ ਹੁੰਦੀਆਂ ਤਾਂ ਕਦੋਂ ਦੀ ਦੁਨੀਆ ਧਾਰਮਿਕ ਹੋ ਗਈ ਹੁੰਦੀ। ਗੁੰਝਲਾਂ ਤਾਂ ਹੈ ਹੀ ਤੇ ਹੋਣੀ ਵੀ ਚਾਹੀਦੀ ਹੈ, ਕਿਉਂਕਿ ਬਿਨਾਂ ਔਕੜ ਤੋਂ ਕੁਝ ਮਿਲ ਜਾਏ ਤਾਂ ਵਿਅਰਥ ਹੈ। ਬਿਨਾਂ ਸਫ਼ਰ ਤੋਂ ਤੁਸੀਂ ਮੰਜ਼ਿਲ ਤੇ ਪਹੁੰਚ ਜਾਓ ਤਾਂ ਤੁਸੀਂ ਫੇਰ ਭਟਕ ਜਾਓਗੇ। ਮੁਸ਼ਕਿਲ ਨਾਲ ਜਿਹਨੂੰ ਤੁਸੀਂ ਪਾਓਗੇ ਉਹਨੂੰ ਤੁਸੀਂ ਸੰਭਾਲੋਗੇ। ਮੁਫਤ ਤੁਹਾਨੂੰ ਜੋ ਮਿਲ ਜਾਏ ਤੁਸੀਂ ਉਹਨੂੰ ਸੰਭਾਲ ਵੀ ਨਹੀਂ ਸਕੋਗੇ। ਤੇ ਫਿਰ ਇੰਨੇ ਵਿਰਾਟ ਸੱਤੇ ਨੂੰ ਪਾਉਣ ਚੱਲੇ ਹੋ ਤਾਂ ਦਾਅ ਤੇ ਕੁਝ ਲਗਾਉਣਾ ਹੀ ਪਏਗਾ। ਧਰਮ ਇੱਕ ਪਾਸਿਓਂ ਗਵਾਉਣਾ ਹੈ, ਇੱਕ ਪਾਸਿਓਂ ਪਾਉਣਾ ਹੈ। ਇਸ ਲਈ ਮੰਜ਼ਿਲ ਹੈ। ਜੇਕਰ ਗਾਹਕ 'ਚ ਤੁਸੀਂ ਪਰਮਾਤਮਾ ਵੇਖੋਗੇ ਤਾਂ ਉਹਨੂੰ ਲੁੱਟ ਕਿਵੇਂ ਸਕੋਗੇ? ਜ਼ਰਾ ਮੁਸ਼ਕਿਲ ਹੋ ਜਾਏਗੀ। ਜੇਕਰ ਤੁਸੀਂ ਜੇਬ ਕੱਟਦੇ ਹੋ ਤੇ ਉਹਦੇ ਵਿੱਚ ਪਰਮਾਤਮਾ ਵਿਖਾਈ ਪੈ ਜਾਏ ਤਾਂ ਹੱਥ ਰੁਕ ਜਾਣਗੇ। ਬੁਰਾ ਕਿਵੇਂ ਕਰ ਸਕੋਗੇ? ਜੇਕਰ ਤੁਹਾਨੂੰ ਉਹੀ ਵਿਖਾਈ ਪੈਣ ਲੱਗ ਗਿਆ ਤਾਂ ਕਿਵੇਂ ਕਿਸੇ ਨੂੰ ਸਰਾਪ ਦੇ ਸਕੋਗੇ? ਕਿਵੇਂ ਕਿਸੇ ਨੂੰ ਗਾਲ ਕੱਢੋਗੇ? ਜੇਕਰ ਉਹੀ ਦਿਸਣ ਲੱਗ ਪਿਆ ਕਿਵੇਂ ਹੋਗੇ ਨਾਰਾਜ਼? ਕਿਵੇਂ ਰੱਖੋਗੇ ਦੁਸ਼ਮਣੀ? ਕਿਹਦੇ ਨਾਲ ਬੰਨੋਗੇ ਦੁਸ਼ਮਣੀ? ਜੇਕਰ ਉਹੀ ਹੈ ਤਾਂ ਤੁਸੀਂ ਥੋੜ੍ਹੀ ਮੁਸ਼ਕਿਲ 'ਚ ਪਓਗੇ। ਤੁਹਾਡੇ ਜੀਵਨ ਦਾ ਢਾਂਚਾ ਥਾਂ ਥਾਂ ਤੋਂ ਡਿੱਗਣ ਲੱਗੇਗਾ। ਤੁਸੀਂ ਜਿਹੜਾ ਮਕਾਨ ਬਣਾਇਆ ਹੈ ਉਸ ਦੇ ਤੋਂ ਉਲਟ ਹੈ। ਤੁਸੀਂ ਉਹਨੂੰ ਭੁੱਲ ਕੇ ਮਕਾਨ ਬਣਾਇਆ ਹੈ। ਤੁਸੀਂ ਉਹਨੂੰ ਯਾਦ ਕਰੋਗੇ ਤਾਂ ਤੁਹਾਡਾ ਇਹ ਮਕਾਨ ਤਾਂ ਟਿਕ ਨਹੀਂ ਸਕਦਾ। ਹਾਂ, ਇੱਕ ਗੱਲ ਪੱਕੀ ਹੈ ਕਿ ਤੁਹਾਨੂੰ ਬਹੁਤ ਵੱਡਾ ਮਕਾਨ ਮਿਲੇਗਾ, ਪਰ ਉਹ ਅੱਜ ਵਿਖਾਈ ਨਹੀਂ ਦੇ ਸਕਦਾ। ਇਸੇ ਲਈ ਤਾਂ ਜੁਆਰੀ ਚਾਹੀਦਾ ਹੈ, ਹਿੰਮਤ ਵਾਲੇ ਬੰਦੇ ਚਾਹੀਦੇ ਹਨ ਕਿ ਰੱਥ ਵਿੱਚ ਜੋ ਹੈ ਉਹਨੂੰ ਛੱਡ ਦੇਣ, ਉਹਨੂੰ ਪਾਉਣ ਲਈ ਜਿਹਦਾ ਅਜੇ ਪੱਕਾ ਭਰੋਸਾ ਨਹੀਂ। ਇਸ ਲਈ ਮੈਂ ਲਗਾਤਾਰ ਕਹਿੰਦਾ ਰਿਹਾ ਹਾਂ ਕਿ ਵਪਾਰੀਆਂ ਦਾ ਕੰਮ ਨਹੀਂ ਹੈ ਧਰਮ, ਜੁਆਰੀਆਂ ਦਾ ਕੰਮ ਹੈ। ਜੁਆਰੀ ਦਾਅ 'ਤੇ ਲਾ ਦਿੰਦਾ ਹੈ, ਇਸ ਆਸ ਵਿੱਚ ਕਿ ਦੁੱਗਣਾ ਹੋ ਕੇ ਮਿਲੇਗਾ। ਮਿਲੇਗਾ ਕਿ ਨਹੀਂ ਪੱਕਾ ਨਹੀਂ। ਪਾਸੇ ਕਿਵੇਂ ਪੈਣਗੇ ਕੋਈ ਵੀ ਨਹੀਂ ਜਾਣਦਾ। ਹਿੰਮਤ ਚਾਹੀਦੀ ਹੈ ਜੁਆਰੀ ਦੀ। ਨਾਨਕ ਦੇ ਨਾਲ ਚੱਲਣਾ ਹੋਵੇ ਤਾਂ। ਇਸ ਲਈ ਤਾਂ ਸਾਰੇ ਧਰਮ ਭ੍ਰਿਸ਼ਟ ਹੋ ਜਾਂਦੇ ਹਨ, ਕਿਉਂਕਿ ਸਾਡੇ ਕੋਲ ਜੁਆਰੀ ਵਰਗੀ ਹਿੰਮਤ ਨਹੀਂ।
ਵਪਾਰੀ ਦਾ ਹਿਸਾਬ ਹੈ। ਤੇ ਤਦ ਇਸ ਸੂਤਰ ਨੂੰ ਯਾਦ ਰੱਖਣਾ ਔਖਾ ਹੋ ਜਾਂਦਾ ਹੈ, ਕਿਉਂਕਿ ਇਹ ਸੂਤਰ ਤੁਹਾਡੀ ਜ਼ਿੰਦਗੀ ਨੂੰ ਮੁੱਢੋਂ ਹੀ ਬਦਲ ਦੇਵੇਗਾ। ਤੁਸੀਂ ਇਹੀ ਨਾ ਰਹਿ ਜਾਓਗੇ, ਇੱਕ ਛੋਟਾ ਜਿਹਾ ਸੂਤਰ ਤੇ ਤੁਹਾਡੀ ਸਾਰੀ ਜ਼ਿੰਦਗੀ 'ਚ ਅੱਗ ਲੱਗ ਜਾਏਗੀ। ਇਹ ਜ਼ਿੰਦਗੀ ਨਹੀਂ ਰਹਿ ਜਾਏਗੀ। ਕਬੀਰ ਕਹਿੰਦੇ ਹਨ, ਜੋ ਘਰ ਬਾਰੇ ਆਪਣਾ ਚਲੇ ਹਮਾਰੇ ਸੰਗ। ਉਹ ਸਾਡੇ ਨਾਲ ਚੱਲੇ ਜਿਹੜਾ ਆਪਣੇ ਘਰ ਨੂੰ ਅੱਗ ਲਾਉਣ ਲਈ ਤਿਆਰ ਹੋਵੇ। ਉਹ ਕਿਹੜਾ ਘਰ ਹੈ? ਉਹ ਘਰ ਜਿਹੜਾ ਤੁਸੀਂ ਆਪਣੇ ਆਲੇ ਦੁਆਲੇ ਬਣਾ ਰੱਖਿਆ, ਝੂਠ ਦਾ, ਬੇਈਮਾਨੀ ਦਾ, ਕ੍ਰੋਧ ਦਾ, ਵੈਮਨਸ ਦਾ, ਦੁਵੈਸ਼ ਦਾ, ਨਫ਼ਰਤ ਦਾ, ਉਹ ਪੂਰੇ ਦਾ ਪੂਰਾ ਤੁਹਾਡਾ ਘਰ ਹੈ। ਜੇਕਰ ਤੁਸੀਂ ਇਹਨੂੰ ਸੂਤਰ ਦੀ ਤਰ੍ਹਾਂ ਫੜ ਲਓ, ਨਾਨਕ ਕਹਿੰਦੇ ਹਨ, ਗੁਰਾਂ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਬਸ ਉਹਦੀ ਯਾਦ ਨਾ ਵਿਸਰੇ ਕਿ ਸਾਰਿਆਂ ਦੇ ਅੰਦਰ ਇੱਕ, ਸਭ ਦਾ ਮਾਲਕ ਇੱਕੋ, ਸਭ ਦਾ ਸਾਹਿਬ ਇੱਕ। ਤੁਹਾਡੀ ਜ਼ਿੰਦਗੀ ਬਦਲ ਗਈ। ਕੁਝ ਹੋਰ ਨਹੀਂ ਚਾਹੀਦਾ। ਨਾ ਤੁਹਾਨੂੰ ਕਰਨ ਦੀ ਜ਼ਰੂਰਤ ਹੈ, ਨਾ ਪਤੰਜਲੀ ਦੇ ਯੋਗ ਆਸਨ, ਨਾ ਤੁਹਾਨੂੰ ਚਿੰਤਾ ਕਰਨ ਦੀ ਲੋੜ ਹੈ। ਯਹੂਦੀਆਂ ਦੇ 10 ਕਮਾਂਡਮੈਂਟਸ, 10 ਆਗਿਆਵਾਂ ਦੀ ਨਾ ਤੁਸੀਂ ਚਿੰਤਾ ਕਰੋ। ਗੀਤਾ ਕੀ ਕਹਿੰਦੀ ਹੈ? ਕੁਰਾਨ ਕੀ ਕਹਿੰਦਾ ਹੈ? ਇੱਕ ਛੋਟਾ ਜਿਹਾ ਗੁਰ ਤੁਹਾਡੀ ਸਾਰੀ ਜ਼ਿੰਦਗੀ ਬਦਲ ਜਾਏ। ਇਸ ਛੋਟੇ ਜਿਹੇ ਨਾਲ ਨਾਨਕ ਨੇ ਪਾਇਆ, ਤੁਸੀਂ ਵੀ ਪਾ ਸਕਦੇ ਹੋ। ਪਰ ਧਿਆਨ ਰੱਖਣਾ, ਜੋ ਘਰ ਬਾਰੇ ਆਪਣਾ ਚਲੇ ਹਮਾਰੇ ਸੰਗ। ਅੱਜ ਇੰਨਾ ਹੀ। ਧੰਨਵਾਦ।